विद्यार्थी दोस्तों, ਅੱਜ ਆਪਾਂ ਪ੍ਰਸਿੱਧ ਚਿੰਤਕ ਗਾਇਤਰੀ ਚੱਕਰਵਰਤੀ ਸਪਿਵਾਕ ਦੇ ਲੇਖ ਕੈਨ ਦੀ ਸਬਲਟਰਨ ਸਪੀਕ ਬਾਬਤ ਗੱਲ ਕਰਾਂਗੇ। ਪ੍ਰੋਫੈਸਰ ਸਪਿਵਾਕ ਦਾ ਇਹ ਲੇਖ ਵਿਸ਼ਵ ਪ੍ਰਸਿੱਧ ਹੈ। ਇਹ ਲੇਖ ਪਹਿਲੀ ਵਾਰ 1988 ਵਿੱਚ ਛਪਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਲੇਖ ਵਿੱਚ ਪੇਸ਼ ਕੀਤੇ ਵਿਚਾਰਾਂ ਬਾਬਤ ਅਤੇ ਪੇਸ਼ਕਾਰੀ ਦੇ ਅੰਦਾਜ਼ ਨੂੰ ਲੈ ਕੇ ਚਰਚਾ ਚੱਲਦੀ ਆ ਰਹੀ ਹੈ। ਇਸ ਲੇਖ ਨੂੰ ਸਮਝਣਾ ਅਤੇ ਸਮਝਾਉਣਾ ਆਸਾਨ ਨਹੀਂ ਹੈ, ਖਾਸਕਰ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਦਾ ਵਾਹ ਹੁਣ ਤੋਂ ਪਹਿਲਾਂ ਜਟਲ ਸਿਧਾਂਤਕਾਰੀ ਨਾਲ ਨਹੀਂ ਪਿਆ ਹੈ। ਮੈਂ ਜਦੋਂ ਇਸ ਲੈਕਚਰ ਨੂੰ ਸੋਚ ਰਿਹਾ ਸਾਂ ਤਾਂ ਮੇਰੇ ਸਾਹਮਣੇ ਅਜਿਹੇ ਵਿਦਿਆਰਥੀ ਸਨ ਜਿਨ੍ਹਾਂ ਲਈ ਸਾਹਿਤ ਸਿਧਾਂਤ ਜਾਂ ਸਿਧਾਂਤਕਾਰੀ ਦੀਆਂ ਗੱਲਾਂ ਅਸਲੋਂ ਨਵੀਆਂ ਹਨ। ਮੈਨੂੰ ਵਿਦਿਆਰਥੀਆਂ ਦੀ ਸਮਰੱਥਾ 'ਤੇ ਹਮੇਸ਼ਾ ਬਹੁਤ ਯਕੀਨ ਰਿਹਾ ਹੈ, ਪਰ ਫਿਰ ਵੀ ਲੋੜੀਂਦੇ ਅਧਿਐਨ ਅਤੇ ਸਿਖਲਾਈ ਤੋਂ ਬਿਨਾਂ ਸਿਧਾਂਤਕਾਰੀ ਦੀਆਂ ਰਮਜ਼ਾਂ ਨੂੰ ਜਾਣਨਾ ਮੁਸ਼ਕਲ ਹੁੰਦਾ ਹੈ। ਮੈਂ ਆਪਣੇ ਵੱਲੋਂ ਸਪਿਵਾਕ ਦੇ ਇਸ ਲੇਖ ਨੂੰ ਵੱਧ ਤੋਂ ਵੱਧ ਸੌਖਾ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਬੇਸ਼ੱਕ ਇਸ ਗੱਲ ਦਾ ਵੀ ਧਿਆਨ ਰੱਖਾਂਗਾ ਕਿ ਸੌਖੀ ਭਾਸ਼ਾ ਦੇ ਚੱਕਰ ਵਿੱਚ ਸਪਿਵਾਕ ਦੇ ਵਿਚਾਰਾਂ ਨਾਲ ਕੋਈ ਬੇਇਨਸਾਫੀ ਨਾ ਹੋ ਜਾਵੇ। ਤੁਹਾਨੂੰ ਕੁਝ ਗੱਲਾਂ ਜ਼ਰੂਰ ਹੀ ਔਖੀਆਂ ਲੱਗਣਗੀਆਂ, ਪਰ ਤੁਸੀਂ ਛੇਤੀ ਕਿਤੇ ਹੌਸਲਾ ਨਹੀਂ ਹਾਰਨਾ। ਗਹਿਰੀਆਂ ਗੱਲਾਂ ਹਮੇਸ਼ਾ ਹੀ ਮਿਹਨਤ ਮੰਗਦੀਆਂ ਹੁੰਦੀਆਂ ਨੇ। ਮੇਰਾ ਸਪਿਵਾਕ ਦੇ ਚਿੰਤਨ ਨਾਲ ਵਾਹ ਕੋਈ 5 ਸਾਲ ਪਹਿਲਾਂ ਪਿਆ ਸੀ। ਪੰਜਾਬੀ ਯੂਨੀਵਰਸਿਟੀ ਦੇ ਰਸਾਲੇ ਸੱਭਿਆਚਾਰਕ ਪੱਤਰਕਾ ਲਈ ਮੈਂ ਪ੍ਰੋਫੈਸਰ ਸਪਿਵਾਕ 'ਤੇ ਇੱਕ ਲੇਖ ਲਿਖਿਆ ਸੀ। ਹੁਣ ਜਦੋਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮਹਿਸੂਸ ਕਰਦਾ ਹਾਂ ਕਿ ਸਪਿਵਾਕ ਦੇ ਚਿੰਤਨ ਨਾਲ ਸਾਂਝ ਨੇ ਸਾਹਿਤਕ ਪਾਠਾਂ ਅਤੇ ਸੱਭਿਆਚਾਰਕ ਵਰਤਾਰਿਆਂ ਨੂੰ ਸਮਝਣ ਵਿੱਚ ਮੇਰੀ ਡਾਢੀ ਮਦਦ ਕੀਤੀ ਹੈ। ਮੇਰਾ ਯਕੀਨ ਹੈ ਕਿ ਸਪਿਵਾਕ ਦੇ ਚਿੰਤਨ ਨਾਲ ਤੁਹਾਡੀ ਸਾਂਝ ਤੁਹਾਡੀ ਸੋਚ ਨੂੰ ਗਹਿਰਾ ਅਤੇ ਸੂਖਮ ਕਰੇਗੀ, ਖਾਸਕਰ ਉਦੋਂ ਜਦੋਂ ਸਾਡੇ ਸਮਿਆਂ ਵਿੱਚ ਘੱਟ ਗਿਣਤੀਆਂ ਭਾਵ ਦਲਿਤਾਂ, ਦਮਿਤਾਂ, ਔਰਤਾਂ ਨੂੰ ਲੈ ਕੇ ਇੱਕ ਖਾਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਹੈ। ਤਾਂ ਇਸ ਰਾਜਨੀਤੀ ਦੀਆਂ ਪਰਤਾਂ ਉਧੇੜਨ ਵਿੱਚ ਸਪਿਵਾਕ ਦਾ ਚਿੰਤਨ ਬਹੁਤ ਮਦਦਗਾਰ ਹੈ। ਕੌਣ ਕਿਸ ਨੂੰ ਪੇਸ਼ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ, ਕੌਣ ਵਰਤਿਆ ਜਾ ਰਿਹਾ ਹੈ, ਕਿਸ ਦੁਆਰਾ ਵਰਤਿਆ ਜਾ ਰਿਹਾ ਹੈ, ਸਪਿਵਾਕ ਇਸ ਦੀ ਸਮਝ ਦਿੰਦੀ ਹੈ। ਸਪਿਵਾਕ ਪੇਸ਼ਕਾਰੀ ਦੀ ਰਾਜਨੀਤੀ ਨੂੰ ਬੇਪਰਦਾ ਕਰਦੀ ਹੈ। ਜਿਹੜੇ ਇਹ ਦਾਅਵਾ ਕਰਦੇ ਨੇ ਕਿ ਅਸੀਂ ਹਾਸ਼ੀਆਗਤਾਂ ਦੇ ਬੜੇ ਹਮਦਰਦ ਹਾਂ, ਸਾਡਾ ਉਹਨਾਂ ਬਾਬਤ ਬੋਲਣਾ ਹੀ ਉਹਨਾਂ ਨੂੰ ਮੁਕਤ ਕਰ ਸਕਦਾ ਹੈ। ਸਪਿਵਾਕ ਇਹੋ ਜਿਹੇ ਦਾਅਵਿਆਂ ਦੇ ਓਹਲੇ ਲੁਕੇ ਨਿੱਜੀ ਹਿੱਤਾਂ ਨੂੰ ਤੁਹਾਡੇ ਸਾਹਮਣੇ ਸਾਕਾਰ ਕਰ ਦਿੰਦੀ ਹੈ। ਸਪਿਵਾਕ ਦੇ ਹਥਲੇ ਲੇਖ ਵਿਚਲਾ ਚਿੰਤਨ ਬੇਸ਼ੱਕ ਬਸਤੀਵਾਦ ਦੇ ਪ੍ਰਸੰਗ ਵਿੱਚ ਹਾਸ਼ੀਆਗਤ ਦੀ ਪੇਸ਼ਕਾਰੀ ਨਾਲ ਸੰਬੰਧਿਤ ਹੈ, ਪਰ ਇਸ ਦੀਆਂ ਧਾਰਨਾਵਾਂ ਸਾਡੇ ਅੱਜ ਨੂੰ ਸਮਝਣ ਲਈ ਬੇਹੱਦ ਜ਼ਰੂਰੀ ਹਨ। ਸਪਿਵਾਕ ਨਾਲ ਸੰਬੰਧਿਤ ਇਸ ਪੇਸ਼ਕਾਰੀ ਨੂੰ 2 ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਭਾਗ ਪ੍ਰੋਫੈਸਰ ਸਪਿਵਾਕ ਦੇ ਜੀਵਨ ਅਤੇ ਉਹਨਾਂ ਦੇ ਰਚਨਾ ਜਗਤ ਨਾਲ ਜਾਣ ਪਛਾਣ ਕਰਵਾਉਣ ਨਾਲ ਸੰਬੰਧਿਤ ਹੈ। ਦੂਜੇ ਹਿੱਸੇ ਵਿੱਚ ਸਪਿਵਾਕ ਦੇ ਲੇਖ ਕੀ ਹਾਸ਼ੀਆਗਤ ਬੋਲ ਸਕਦਾ ਹੈ, ਕੈਨ ਦੀ ਸਬਲਟਰਨ ਸਪੀਕ ਉੱਤੇ ਚਰਚਾ ਕੀਤੀ ਗਈ ਹੈ। ਇਸ ਪੇਸ਼ਕਾਰੀ ਪਿੱਛੇ ਬਹੁਤ ਸਾਰੇ ਅਕਾਦਮਿਕ ਸਰੋਤਾਂ ਦੀ ਭੂਮਿਕਾ ਹੈ। ਸਪਿਵਾਕ ਦੀਆਂ ਆਪਣੀਆਂ ਰਚਨਾਵਾਂ ਤੋਂ ਬਿਨਾਂ 2 ਕਿਤਾਬਾਂ ਸਪਿਵਾਕ ਦੇ ਉੱਪਰ ਪ੍ਰਾਪਤ ਹਨ। ਇਸ ਤੋਂ ਬਿਨਾਂ ਵਿਚਾਰਧੀਨ ਲੇਖ ਨਾਲ ਸੰਬੰਧਿਤ ਇੱਕ ਬਹੁਤ ਹੀ ਮਹੱਤਵਪੂਰਨ ਖੋਜ ਪੱਤਰ ਜੇ ਮੈਗਿਓ ਦਾ ਕੈਨ ਦੀ ਸਬਲਟਰਨ ਬੀ ਹਰਡ ਬਹੁਤ ਮਦਦਗਾਰ ਸਾਬਤ ਹੋਇਆ ਹੈ। ਸਪਿਵਾਕ ਦੇ ਲੇਖ ਨੂੰ ਇਸ ਦੇ ਛਪਣ ਤੋਂ ਲੈ ਕੇ ਹੁਣ ਤੱਕ ਅਲੱਗ-ਅਲੱਗ ਤਰੀਕਿਆਂ ਨਾਲ ਪੜ੍ਹਿਆ ਗਿਆ ਹੈ। ਇਸ ਵਿੱਚੋਂ ਲੋਕਾਂ ਨੇ ਅਰਥ ਵੀ ਅਲੱਗ-ਅਲੱਗ ਕੱਢੇ ਹਨ। ਇਹ ਪੇਸ਼ਕਾਰੀ ਮੇਰੀ ਆਪਣੀ ਪੜ੍ਹਤ ਦਾ ਨਤੀਜਾ ਹੈ। ਇਸ ਦੇ ਅਰਥ ਮੈਂ ਕੱਢੇ ਹਨ। ਇਹ ਕਿਸੇ ਦੂਜੇ ਦੁਆਰਾ ਕੱਢੇ ਅਰਥਾਂ ਜਾਂ ਦੂਜੇ ਦੀ ਪੜ੍ਹਤ ਤੋਂ ਅਲੱਗ ਹੋ ਸਕਦੇ ਹਨ। ਗਾਇਤਰੀ ਸਪਿਵਾਕ ਨੂੰ ਜਾਂ ਉਸਦੇ ਇਸ ਲੇਖ ਨੂੰ ਪੂਰੀ ਤਰ੍ਹਾਂ ਜਾਣ ਲੈਣ ਦਾ ਮੇਰਾ ਕੋਈ ਦਾਅਵਾ ਨਹੀਂ ਹੈ, ਬਲਕਿ ਸੱਚ ਤਾਂ ਇਹ ਹੈ ਕਿ ਇਸ ਤਰ੍ਹਾਂ ਦਾ ਦਾਅਵਾ ਕੋਈ ਵੀ ਨਹੀਂ ਕਰ ਸਕਦਾ ਹੈ। ਪ੍ਰੋਫੈਸਰ ਸਪਿਵਾਕ ਦਾ ਜਨਮ 24 ਫਰਵਰੀ 1942 ਨੂੰ ਭਾਰਤ ਦੇ ਮਹਾਨਗਰ ਕਲਕੱਤੇ ਵਿੱਚ ਹੋਇਆ ਸੀ। ਸਪਿਵਾਕ ਦਾ ਮੱਧਵਰਗੀ ਹਿੰਦੂ ਬ੍ਰਾਹਮਣ ਪਰਿਵਾਰ ਖਿਆਲਾਂ ਪੱਖੋਂ ਆਜ਼ਾਦ, ਧਰਮ ਨਿਰਪੱਖ ਅਤੇ ਔਰਤ ਪੱਖੀ ਸੋਚ ਦਾ ਧਾਰਨੀ ਸੀ। ਸਪਿਵਾਕ ਦੀ ਮੁੱਢਲੀ ਪੜ੍ਹਾਈ ਕਲਕੱਤੇ ਦੇ ਇੱਕ ਮਿਸ਼ਨਰੀ ਸਕੂਲ ਵਿੱਚ ਨੇਪਰੇ ਚੜ੍ਹੀ। ਸਪਿਵਾਕ ਹਾਲੇ ਤਕਰੀਬਨ 1 ਸਾਲ ਦੀ ਸੀ ਜਦੋਂ ਸੰਨ 1943 ਵਿੱਚ ਬੰਗਾਲ ਭੁੱਖਮਰੀ ਦਾ ਸ਼ਿਕਾਰ ਹੋਇਆ। ਤੁਸੀਂ ਜਾਣਦੇ ਹੋ ਕਿ ਇਸ ਦੌਰਾਨ 30 ਤੋਂ 40 ਲੱਖ ਲੋਕਾਂ ਦੀਆਂ ਜਾਨਾਂ ਚਲੇ ਗਈਆਂ ਸਨ। ਸਪਿਵਾਕ ਦਾ ਬਚਪਨ ਦੇਸ਼ ਵੰਡ ਦੇ ਸਦਮਿਆਂ ਅਤੇ ਕਤਲੋ ਗਾਰਤਨਾਂ ਭਰੇ ਚੌਗਿਰਦੇ ਵਿੱਚ ਬੀਤਿਆ।
ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਕਿ ਭੁੱਖਮਰੀ ਦੇ ਨਤੀਜੇ ਅਤੇ ਦੇਸ਼ ਦੀ ਵੰਡ ਕਿਵੇਂ ਉਸ ਵੇਲੇ ਦੀ ਹਵਾ ਵਿੱਚ ਹੋਏਗੀ ਅਤੇ ਕਿਸੇ ਦਾ ਵੀ ਉਸ ਤੋਂ ਅਛੂਤਾ ਰਹਿ ਜਾਣਾ ਮੁਮਕਿਨ ਨਹੀਂ ਹੋਇਆ ਹੋਵੇਗਾ। ਬਿਨਾਂ ਸ਼ੱਕ ਸਿਪਿਵਾਕ ਉੱਤੇ ਵੀ ਇਹਨਾਂ ਘਟਨਾਵਾਂ ਦਾ ਬਹੁਤ ਅਸਰ ਹੋਇਆ ਹੋਵੇਗਾ। ਸਿਪਿਵਾਕ ਦਾ ਬਚਪਨ ਅੰਗਰੇਜ਼ਾਂ ਦੀਆਂ ਕੂਟਨੀਤੀਆਂ ਬਦਨੀਤੀਆਂ ਨਾਲ ਖਹਿ ਕੇ ਲੰਘਿਆ ਹੈ। ਉਸਨੇ ਕਤਲੋ-ਗਾਰਤ ਦੇ ਮੰਜ਼ਰਾਂ ਨੂੰ ਮਹਿਸੂਸਿਆ ਹੈ ਅਤੇ ਇਸ ਦੇ ਵਿਚਕਾਰ ਉਸਨੇ ਹਕੂਮਤ ਖਿਲਾਫ ਪ੍ਰਤੀਰੋਧ ਦੇ ਪਲਾਂ ਨੂੰ ਮਘਦੇ ਵੀ ਦੇਖਿਆ ਹੈ, ਕਿਉਂਕਿ ਉਸ ਵੇਲੇ ਜਿਹੜੀ ਆ ਉਹ ਮੂਵਮੈਂਟ ਵੀ ਚੱਲ ਰਹੀ ਸੀ ਆਜ਼ਾਦੀ ਦੀ ਲਹਿਰ ਦੀ, ਤਾਂ ਇੱਕ ਤਰ੍ਹਾਂ ਦੀ ਰਜਿਸਟੈਂਸ ਵੀ ਉਸ ਵੇਲੇ ਜਿਹੜੀ ਆ ਵਾਪਰ ਰਹੀ ਸੀ, ਤਾਂ ਉਹਦੀ ਵੀ ਉਹ ਗਵਾਹ ਬਣੀ। ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬਚਪਨ ਦੇ ਇਹਨਾਂ ਅਨੁਭਵਾਂ ਦਾ ਉਸਦੇ ਆਪੇ ਨੂੰ ਅਤੇ ਉਸਦੇ ਚਿੰਤਨ ਨੂੰ ਸਿਰਜਣ ਵਿੱਚ ਰੋਲ ਰਿਹਾ ਹੋਵੇਗਾ। ਸਿਪਿਵਾਕ ਨੇ ਸੰਨ 1950 ਵਿੱਚ ਕਲਕੱਤੇ ਦੇ ਪ੍ਰੈਜ਼ੀਡੈਂਸੀ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਅੱਵਲ ਦਰਜੇ ਵਿੱਚ ਰਹਿ ਕੇ ਪਾਸ ਕੀਤੀ ਸੀ। ਸੰਨ 61 ਵਿੱਚ ਉਧਾਰ ਲਏ ਪੈਸਿਆਂ ਦੀ ਮਦਦ ਨਾਲ ਗਾਇਤਰੀ ਨੇ ਅਮਰੀਕਾ ਦੀ ਕੋਰਨਲ ਯੂਨੀਵਰਸਿਟੀ ਦੇ ਗ੍ਰੈਜੂਏਟ ਪ੍ਰੋਗਰਾਮ ਵਿੱਚ ਦਾਖਲਾ ਲਿਆ ਸੀ। ਸੰਨ 62 ਵਿੱਚ ਸਿਪਿਵਾਕ ਤੁਲਨਾਤਮਕ ਸਾਹਿਤ ਦੇ ਵਿਭਾਗ ਵਿੱਚ ਚਲੀ ਜਾਂਦੀ ਹੈ। ਇਹ ਜਾਣ ਦਾ ਸਬਬ ਇਸ ਕਰਕੇ ਬਣਦਾ ਕਿ ਉੱਥੇ ਇੱਕ ਵਜ਼ੀਫਾ ਹੁੰਦਾ ਅਤੇ ਉਹ ਵਜ਼ੀਫੇ ਨੂੰ ਹਾਸਲ ਕਰਨ ਲਈ ਉੱਧਰ ਉਸ ਡਿਪਾਰਟਮੈਂਟ ਦੇ ਵਿੱਚ ਚਲੇ ਜਾਂਦੀ ਹੈ। ਇਸੇ ਵਿਭਾਗ ਵਿੱਚ ਉਸਨੇ ਪ੍ਰਸਿੱਧ ਚਿੰਤਕ ਪੌਲ ਦ ਮੈਨ ਦੀ ਨਿਗਰਾਨੀ ਹੇਠ W.B. ਯੇਟਸ ਦੀ ਕਵਿਤਾ ਉੱਪਰ PhD ਦਾ ਥੀਸਿਸ ਮੁਕੰਮਲ ਕੀਤਾ ਸੀ। PhD ਦਾ ਥੀਸਿਸ ਜਮ੍ਹਾਂ ਕਰਵਾਉਣ ਤੋਂ ਲਗਭਗ 2 ਸਾਲ ਪਹਿਲਾਂ ਹੀ ਉਹ ਲੋਵਾ ਯੂਨੀਵਰਸਿਟੀ ਦੇ ਤੁਲਨਾਤਮਕ ਸਾਹਿਤ ਦੇ ਵਿਭਾਗ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਨਿਯੁਕਤ ਹੋ ਗਈ ਸੀ। ਉਹਨੂੰ ਜਿਹੜੀ ਨੌਕਰੀ ਬਹੁਤ ਛੋਟੀ ਉਮਰ ਵਿੱਚ ਮਿਲ ਗਈ ਸੀ। ਅਮਰੀਕਾ ਦੀਆਂ ਵਿਭਿੰਨ ਯੂਨੀਵਰਸਿਟੀਆਂ ਵਿੱਚ ਅਧਿਆਪਨ ਦਾ ਕਾਰਜ ਕਰਨ ਉਪਰੰਤ ਸਿਪਿਵਾਕ ਸੰਨ 91 ਵਿੱਚ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਅੰਗਰੇਜ਼ੀ ਅਤੇ ਤੁਲਨਾਤਮਕ ਸਾਹਿਤ ਵਿਭਾਗ ਵਿੱਚ ਅਧਿਆਪਕ ਨਿਯੁਕਤ ਹੋ ਗਈ ਸੀ। ਹੁਣ ਤੱਕ ਵੀ ਉਹ ਇਸੇ ਯੂਨੀਵਰਸਿਟੀ ਵਿੱਚ ਪੜ੍ਹਾ ਰਹੀ ਹੈ। ਇਸ ਯੂਨੀਵਰਸਿਟੀ ਦੇ 2.5 ਸਦੀਆਂ ਤੋਂ ਵੀ ਵਧੇਰੇ ਸਮੇਂ ਵਿੱਚ ਫੈਲੇ ਇਤਿਹਾਸ ਵਿੱਚ ਸਿਪਿਵਾਕ ਪਹਿਲੀ ਅਜਿਹੀ ਵਿਮਨ ਆਫ ਕਲਰ ਹੈ ਜਿਹੜੀ ਪ੍ਰੋਫੈਸਰ ਦੇ ਅਹੁਦੇ ਤੱਕ ਪਹੁੰਚੀ। ਇੱਥੇ ਵਿਮਨ ਆਫ ਕਲਰ ਤੋਂ ਭਾਵ ਹੈ ਕਿ ਜਿਹੜੀ ਗੈਰ ਗੋਰਾ ਕੋਈ ਬੰਦਾ ਜਾਂ ਗੈਰ ਗੋਰੀ ਔਰਤ ਆ, ਉਹ ਪਹਿਲੀ ਸਿਪਿਵਾਕ ਸੀ ਜਿਹਨੇ ਪ੍ਰੋਫੈਸਰ ਦਾ ਅਹੁਦਾ ਹਾਸਲ ਕੀਤਾ। ਪ੍ਰੋਫੈਸਰ ਗਾਇਤਰੀ ਚੱਕਰਵਰਤੀ ਸਿਪਿਵਾਕ ਬਹੁਤ ਸਾਰੇ ਵਕਾਰੀ ਇਨਾਮਾਂ ਸਨਮਾਨਾਂ ਨਾਲ ਸਨਮਾਨਿਤ ਚਿੰਤਕਾ ਲੇਖਕਾ ਹੈ। ਸਿਪਿਵਾਕ ਨੂੰ ਸੰਨ 2012 ਦਾ ਕੋਇਟੋ ਪ੍ਰਾਈਜ਼ ਮਿਲਿਆ ਸੀ। ਇਹ ਇਨਾਮ ਕਲਾ ਅਤੇ ਦਰਸ਼ਨ ਦੇ ਖੇਤਰ ਵਿੱਚ ਨੋਬਲ ਇਨਾਮ ਦੇ ਬਰਾਬਰ ਦਾ ਰੁਤਬਾ ਰੱਖਦਾ ਹੈ। ਸਿਪਿਵਾਕ ਨੂੰ ਭਾਰਤ ਗਣਰਾਜ ਵੱਲੋਂ ਸੰਨ 2013 ਵਿੱਚ ਤੀਜਾ ਸਰਬ ਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਸੰਨ 2014 ਵਿੱਚ ਪ੍ਰੈਜ਼ੀਡੈਂਸੀ ਯੂਨੀਵਰਸਿਟੀ ਕਲਕੱਤਾ ਵੱਲੋਂ ਅਤੇ 2015 ਵਿੱਚ ਯੂਨੀਵਰਸਿਟੀ ਆਫ ਘਾਨਾ ਲੀਗਨ ਵੱਲੋਂ ਉਸ ਨੂੰ ਆਨਰੇਰੀ ਡੀ.ਲਿਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਸੀ। ਇਸ ਤੋਂ ਬਿਨਾਂ ਸਿਪਿਵਾਕ ਨੂੰ ਹੋਰ ਵੀ ਬਹੁਤ ਸਾਰੇ ਇਨਾਮ ਸਨਮਾਨ ਮਿਲੇ ਹਨ। ਸਿਪਿਵਾਕ ਦਾ ਵਿਆਹ ਟੈਲਵਿਟ ਸਿਪਿਵਾਕ ਨਾਂ ਦੇ ਬੰਦੇ ਨਾਲ ਹੋਇਆ ਸੀ। ਇਹ ਵਿਆਹ ਛੇਤੀ ਹੀ ਟੁੱਟ ਗਿਆ ਸੀ। ਸਿਪਿਵਾਕ ਦੇ ਕੋਈ ਔਲਾਦ ਨਹੀਂ ਹੈ। ਸਿਪਿਵਾਕ ਅੱਜ ਕੱਲ੍ਹ ਅਮਰੀਕਾ ਅਤੇ ਭਾਰਤ ਦੋਵੇਂ ਦੇਸ਼ਾਂ ਵਿੱਚ ਰਹਿ ਰਹੀ ਹੈ। 78 ਸਾਲ ਦੀ ਉਮਰ ਹੋਣ ਦੇ ਬਾਵਜੂਦ ਉਹ ਲਗਾਤਾਰ ਪੜ੍ਹਨ ਪੜ੍ਹਾਉਣ ਦੇ ਕੰਮ ਵਿੱਚ ਮਸਰੂਫ ਹੈ। ਸਿਪਿਵਾਕ ਦੇ ਜੀਵਨ ਬਾਬਤ ਇੱਕ ਰੌਚਕ ਤੱਥ ਇਹ ਹੈ ਕਿ ਸਿਪਿਵਾਕ ਨੇ ਭਾਰਤ ਦੀ ਨਾਗਰਿਕਤਾ ਕਦੇ ਨਹੀਂ ਛੱਡੀ। ਅਮਰੀਕਾ ਵਿੱਚ ਉਹ ਸਿਰਫ ਗ੍ਰੀਨ ਕਾਰਡ ਧਾਰਕ ਹੈ। ਸਿਪਿਵਾਕ ਦੇ ਚਿੰਤਨ ਦੇ ਕੇਂਦਰੀ ਸਰੋਕਾਰ ਹਾਲੇ ਵੀ ਉਸਦੀ ਮਾਤ ਭੂਮੀ ਚੋਂ ਗੁਜ਼ਰ ਕੇ ਹੋਂਦ ਗ੍ਰਹਿਣ ਕਰਦੇ ਹਨ। ਜਦੋਂ ਉਸਨੇ ਕੀ ਹਾਸ਼ੀਅਗਤ ਬੋਲ ਸਕਦਾ ਹੈ ਲੇਖ ਲਿਖਿਆ ਸੀ, ਉਦੋਂ ਵੀ ਉਸਨੇ ਉਦਾਹਰਨਾਂ ਤੇ ਉਸ ਲੇਖ ਵਿੱਚ ਵਰਤੇ ਪ੍ਰਸੰਗ ਆਪਣੀ ਮਾਤ ਭੂਮੀ ਵਿੱਚੋਂ ਹੀ ਲਏ ਸਨ। ਉਹ ਹਮੇਸ਼ਾ ਕਹਿੰਦੀ ਆ ਕਿ ਮੈਨੂੰ ਤਾਂ ਉਸ ਧਰਤੀ ਦਾ ਹੀ ਪਤਾ ਸੀ, ਉੱਥੋਂ ਦੇ ਲੋਕਾਂ ਦਾ ਪਤਾ ਸੀ, ਇਸ ਕਰਕੇ ਜਿੰਨੇ ਮੇਰੇ ਕੋਲ ਚੀਜ਼ਾਂ ਨੇ, ਜਿੰਨਾ ਗਿਆਨ ਆ, ਜਦੋਂ ਮੈਂ ਉਹਨੂੰ ਕਿਸੇ ਕੰਟੈਕਸਟ ਦੇ ਵਿੱਚ ਪੇਸ਼ ਕਰਨਾ ਤਾਂ ਉਹ ਹਮੇਸ਼ਾ ਬੰਗਾਲ ਬਣਦਾ ਜਾਂ ਭਾਰਤ ਬਣਦਾ। ਸਿਪਿਵਾਕ ਦੀ ਅਕਾਦਮਿਕ ਹਸਤੀ ਦਾ ਸਭ ਤੋਂ ਅਹਿਮ ਪਹਿਲੂ ਸਿੱਖਿਆ ਦੀ ਪੜਤ ਨੂੰ ਪੁਨਰ ਪਰਿਭਾਸ਼ਿਤ ਕਰਨ ਨਾਲ ਜੁੜਿਆ ਹੋਇਆ ਹੈ। ਉਹਦਾ ਇਹ ਤਰਕ ਆ, ਇਹ ਕਹਿੰਦੀ ਆ ਲਗਾਤਾਰ ਕਿ ਜਿਸ ਤਰ੍ਹਾਂ ਅਸੀਂ ਐਜੂਕੇਸ਼ਨ ਨੂੰ ਵਰਤ ਰਹੇ ਹਾਂ, ਪੜ੍ਹਾ ਰਹੇ ਹਾਂ, ਉਹ ਠੀਕ ਨਹੀਂ ਹੈਗਾ ਅਤੇ ਲਾਜ਼ਮੀ ਰੂਪ ਦੇ ਵਿੱਚ ਸਾਨੂੰ ਆਪਣੀ ਸਿੱਖਿਆ ਦੇ ਪ੍ਰਬੰਧ ਨੂੰ, ਸਿੱਖਿਆ ਪੜ੍ਹਾਉਣ ਦੇ ਤਰੀਕਿਆਂ ਨੂੰ ਦੁਬਾਰੇ ਤੋਂ ਦੇਖਣ ਦੀ ਲੋੜ ਹੈ। ਅਤੇ ਇਸੇ ਉਦੇਸ਼ ਅਧੀਨ ਉਹ ਸੰਨ 1986 ਤੋਂ ਕੁਝ ਕੰਮਾਂ ਵਿੱਚ ਮਸਰੂਫ ਹੈ। ਸਿਧਾਂਤਕਾਰੀ ਤੋਂ ਇਲਾਵਾ ਉਸਨੇ ਬੰਗਾਲ ਦੇ ਪਛੜੇ ਖੇਤਰਾਂ ਵਿੱਚ ਕੁਝ ਵੱਖਰੀ ਕਿਸਮ ਦੇ ਸਕੂਲ
ਖੁੱਲ੍ਹੇ ਹੋਏ ਹਨ, ਜਿਨ੍ਹਾਂ ਦਾ ਪ੍ਰਮੁੱਖ ਪ੍ਰਕਾਰਜ ਅਧਿਆਪਕਾਂ ਨੂੰ ਸਿੱਖਿਆ ਦੀ ਸਥਾਪਤ ਜਿਹੜੀ ਚੱਲ ਰਹੀ ਤੋਰ ਆ, ਜਿਸ ਤਰ੍ਹਾਂ ਅਸੀਂ ਸਿੱਖਿਆ ਦਿੰਦੇ ਹਾਂ, ਉਸ ਤੋਂ ਮੁਕਤ ਕਰਨਾ ਹੈ। ਇੱਕ ਇਸ ਤਰ੍ਹਾਂ ਦੀ ਸੁਹਜਾਤਮਕ ਸਿੱਖਿਆ, ਜਿਸ ਨੂੰ ਐਸਥੈਟਿਕ ਐਜੂਕੇਸ਼ਨ ਕਹਿੰਦੀ ਆ, ਉਹਨੂੰ ਸੰਭਵ ਕਰਨ ਦੀ ਕੋਸ਼ਿਸ਼ ਕਰਨਾ, ਜਿਸ ਦੇ ਨਾਲ ਮਾਨਵੀ ਚਾਹਤਾਂ ਉਦੇਸ਼ਾਂ ਨੂੰ ਰੂਪਾਂਤਰਿਤ ਕੀਤਾ ਜਾ ਸਕੇ, ਬਦਲਿਆ ਜਾ ਸਕੇ। ਸਿਪਵਾਕ ਇਸ ਨੂੰ ਲਰਨ ਫਰੋਮ ਬਲੋ ਕਹਿੰਦੀ ਹੈ। ਇਹ ਪ੍ਰਕਿਰਿਆ ਜਿਹੜੀ ਲਰਨ ਫਰੋਮ ਬਲੋ ਆ, ਇਹ ਪੜ੍ਹਤ ਦੀ ਪਹਿਲਾਂ ਪ੍ਰਾਪਤ ਸਿਖਲਾਈ ਨੂੰ ਖਤਮ ਕਰ ਇਸ ਤਰ੍ਹਾਂ ਦੀ ਸਿਖਲਾਈ ਨੂੰ ਸੰਭਵ ਕਰਦੀ ਹੈ, ਜਿਸ ਨਾਲ ਖਾਮੋਸ਼ ਕੀਤੀਆਂ ਧਿਰਾਂ ਦੇ ਬੋਲ ਦਾ ਸੁਣਨਾ ਸੰਭਵ ਹੋ ਸਕੇ। ਸਿਪਵਾਕ ਦਾ ਆਪਦਾ ਹੀ ਕਥਨ ਆ ਕਿ we need to unlearn our intellectual prejudices in the encounter with the subaltern, otherwise we are not learning to learn to teach her, we are just lecturing। ਇਸ ਤਰੀਕੇ ਨਾਲ ਉਹ ਇਸ ਮੁੱਦੇ ਨੂੰ ਸਵਾਲਟਰਨ ਦੀ ਹਾਸ਼ੀਏਗਤ ਦੀ ਸਮਝ ਵਿੱਚ ਬਹੁਤ ਮਹੱਤਵਪੂਰਨ ਖਿਆਲ ਕਰਦੀ ਹੈ। ਪ੍ਰੋਫੈਸਰ ਸਿਪਵਾਕ ਨੇ ਬਹੁਤ ਸਾਰੀਆਂ ਪੁਸਤਕਾਂ ਦੀ ਰਚਨਾ ਕੀਤੀ, ਕੁਝ ਦਾ ਜ਼ਿਕਰ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਣਾ। ਪਹਿਲੀ ਉਹਦੀ ਕਿਤਾਬ 1974 ਦੇ ਵਿੱਚ ਆਈ ਸੀ, ਮਾਈ ਸੈਲਫ ਮਸਟ ਆਈ ਰੀਮੇਕ ਦ ਲਾਈਫ ਐਂਡ ਪੋਇਟਰੀ ਆਫ ਜੀਟਸ। ਫਿਰ ਉਸ ਤੋਂ ਬਾਅਦ ਦੂਸਰੀ ਕਿਤਾਬ ਇੱਕ ਟਰਾਂਸਲੇਸ਼ਨ ਸੀ, ਜਿਹਦੀ ਉਹਨੇ ਲੰਮੀ ਭੂਮਿਕਾ ਲਿਖੀ, ਉਹ ਸੀ ਆਫ ਗ੍ਰਾਮੇਟੋਲੋਜੀ। ਫਿਰ ਇਨ ਅਦਰ ਵਰਡਸ ਐਸੇਜ਼ ਇਨ ਕਲਚਰਲ ਪੋਲੀਟਿਕਸ, ਫਿਰ ਸਿਲੈਕਟਿਡ ਸਵਾਲਟਰਨ ਸਟੱਡੀਜ਼। ਉਸ ਤੋਂ ਬਾਅਦ ਦਾ ਪੋਸਟ ਕਲੋਨੀਅਲ ਕ੍ਰਿਟਿਕ, ਇੰਟਰਵਿਊਜ਼, ਸਟ੍ਰੈਟੇਜੀਜ਼, ਡਾਇਲੌਗਸ। ਫਿਰ ਇਸ ਤਰ੍ਹਾਂ ਇੱਕ ਕਿਤਾਬ ਆਊਟਸਾਈਡ ਇਨ ਦਾ ਟੀਚਿੰਗ ਮਸ਼ੀਨ, ਇਮੈਜਨਰੀ ਮੈਪਸ, ਦਾ ਸਿਪਵਾਕ ਰੀਡਰ, ਬ੍ਰੈਸਟ ਸਟੋਰੀਜ਼, ਇਹ ਟਰਾਂਸਲੇਸ਼ਨ ਸੀ ਵਿਦ ਇੰਟਰੋਡਕਸ਼ਨ, ਮਹਾਸ਼ਵੇਤਾ ਦੇਵੀ ਦੀਆਂ ਕਹਾਣੀਆਂ ਦਾ ਅਨੁਵਾਦ ਸੀ। ਫਿਰ ਇੱਕ ਕਿਤਾਬ ਓਲਡ ਵਿਮਨ, ਇਹ ਵੀ ਮਹਾਸ਼ਵੇਤਾ ਦੇਵੀ ਦੀਆਂ 2 ਕਹਾਣੀਆਂ ਦਾ ਇੱਕ ਲੰਮੀ ਭੂਮਿਕਾ ਦੇ ਨਾਲ ਅਨੁਵਾਦ ਸੀ। ਇਸੇ ਤਰੀਕੇ ਨਾਲ ਇੱਕ ਟੀਕ ਆਫ ਪੋਸਟ ਕਲੋਨੀਅਲ ਰੀਜ਼ਨ, ਸੌਂਗ ਆਫ ਕਾਲੀ, ਇਹ ਸਾਈਕਲ। ਇਸੇ ਤਰ੍ਹਾਂ ਡੈਥ ਆਫ ਏ ਡਿਸਿਪਲਨ, ਅਦਰ ਏਸ਼ੀਆਜ਼ ਐਂਡ ਐਸਥੈਟਿਕ ਐਜੂਕੇਸ਼ਨ ਇਨ ਦਾ ਏਜ ਆਫ ਗਲੋਬਲਾਈਜੇਸ਼ਨ। ਤੇ 2014 ਤੱਕ ਜਿਹੜੀ ਹੁਣ ਦੀ ਲਾਸਟ ਕਿਤਾਬ ਆ, ਉਹਦਾ ਨਾਂ ਹੈਗਾ ਰੀਡਿੰਗਸ। ਇੱਕ ਕਿਤਾਬ ਉਹਦੀ ਆਉਣੀ ਆ, ਜਿਹਨੂੰ ਹਾਰਵਰਡ ਨੇ ਛਾਪਣਾ, ਵਾਕਿੰਗ ਵਿਦ ਡੂ ਵੋਇਸ। ਇਸ ਤੋਂ ਬਿਨਾਂ ਜਿਹੜੇ ਲੇਖ ਬਹੁਤ ਪ੍ਰਸਿੱਧ ਰਹੇ, ਖੋਜ ਪੱਤਰ ਬਹੁਤ ਪ੍ਰਸਿੱਧ ਰਹੇ ਪ੍ਰੋਫੈਸਰ ਸਿਪਵਾਕ ਦੇ, ਉਹਨਾਂ ਵਿੱਚ ਸ਼ਾਮਲ ਨੇ ਸਵਾਲਟਰਨ ਸਟੱਡੀਜ਼, ਡੀਕਨਸਟਰਕਟਿੰਗ ਹਿਸਟਰੀਓਗ੍ਰਾਫੀ। ਇਸ ਤੋਂ ਅਗਲਾ 3 ਵਿਮਨਸ ਟੈਕਸਟ ਐਂਡ ਏ ਕ੍ਰਿਟੀਕ ਆਫ ਇੰਪੀਰੀਅਲਿਜ਼ਮ, ਤੇ ਉਹ ਲੇਖ ਜਿਸ ਦਾ ਆਪਾਂ ਅੱਜ ਚਰਚਾ ਕਰਨੀ ਹੈ, ਜਿਸ ਤੇ ਕੈਨ ਦੀ ਸਵਾਲਟਰਨ ਸਪੀਕ। ਇਸ ਤੋਂ ਬਾਅਦ ਦਾ ਪੋਲੀਟਿਕਸ ਆਫ ਟਰਾਂਸਲੇਸ਼ਨ, ਮੂਵਿੰਗ ਦੇਵੀ, 1999 'ਚ ਛਪਿਆ ਸੀ। ਰਾਈਟਿੰਗ ਰੋਂਗਸ 2003 ਵਿੱਚ। ਇਥਿਕਸ ਐਂਡ ਪੋਲੀਟਿਕਸ ਇਨ ਟੈਗੋਰ, ਕੋਇਟਸੀ ਐਂਡ ਸਰਟਨ ਸੀਨਸ ਆਫ ਟੀਚਿੰਗ 2004 ਦੇ ਵਿੱਚ। ਟਰਾਂਸਲੇਟਿੰਗ ਇਨਟੂ ਇੰਗਲਿਸ਼ 2005 ਦੇ ਵਿੱਚ। ਰੀਥਿੰਕਿੰਗ ਕੰਪੈਰੇਟਿਵਿਜ਼ਮ 2010। ਇਹ ਬਾਰਡਰਲੈਸ ਵਰਲਡ 2011। ਜਨਰਲ ਸਟ੍ਰਾਈਕ 2012। ਕ੍ਰਾਈਮਸ ਆਫ ਆਈਡੈਂਟਿਟੀ 2014। ਅਵਰ ਵਰਲਡ 2014। ਇਹ ਜਿਹੜੀ ਸਿਗਨੀਫਿਕੈਂਟ ਆਰਟੀਕਲਸ ਦਾ ਵੇਰਵਾ ਤੁਸੀਂ ਜਿਹੜੀ ਕੋਲੰਬੀਆ ਯੂਨੀਵਰਸਿਟੀ ਦੀ ਆਫੀਸ਼ੀਅਲ ਵੈਬਸਾਈਟ ਆ, ਉਹਦੇ 'ਤੇ ਜਾ ਕੇ ਵੀ ਦੇ ਸਕਦੇ ਹੋ। ਸਿਪਵਾਕ ਦੀਆਂ ਰਚਨਾਵਾਂ ਮੁਸ਼ਕਲ ਮੁਹਾਵਰੇ ਵਿੱਚ ਲਿਖੀਆਂ ਗਈਆਂ ਹਨ। ਇਹਨਾਂ ਨੂੰ ਸਮਝਣਾ ਆਸਾਨ ਨਹੀਂ ਹੈ। ਡਿਨੀਤੀਆ ਸਮਿਥ ਨੇ 2002 ਵਿੱਚ ਦ ਨਿਊਯਾਰਕ ਟਾਈਮਜ਼ ਦੇ ਵਿੱਚ ਲਿਖਿਆ ਸੀ ਕਿ ਸਿਪਵਾਕ ਦੀਆਂ ਲਿਖਤਾਂ ਪ੍ਰਸਿੱਧ ਪਰ ਮੁਸ਼ਕਲ ਨਾਲ ਸਮਝ ਵਿੱਚ ਆਉਣ ਵਾਲੀਆਂ ਹਨ। ਟੈਰੀ ਗਲਟਨ ਨੇ 1999 ਵਿੱਚ ਦ ਲੰਡਨ ਰਿਵਿਊ ਆਫ ਬੁੱਕਸ ਦੇ ਵਿੱਚ ਸਿਪਵਾਕ ਦੀ ਲਿਖਤ ਨੂੰ ਪਹੁੰਚ ਤੋਂ ਪਰੇ, ਇਨਐਕਸੈਸਿਬਲ ਅਤੇ ਅਡੰਬਰੀ ਰੂਪ ਵਿੱਚ ਅਸਪਸ਼ਟ ਕਿਹਾ ਸੀ। ਸਿਪਵਾਕ ਆਪਣੀ ਲਿਖਤ ਦੇ ਅਸਮਝਣਯੋਗ ਜਾਂ ਮੁਸ਼ਕਲ ਹੋਣ ਬਾਬਤ ਲੱਗੇ ਇਲਜ਼ਾਮਾਂ ਦੇ ਹਵਾਲੇ ਸੌਖੀ ਭਾਸ਼ਾ ਦੀ ਰਾਜਨੀਤੀ ਦਾ ਉਲੇਖ ਕਰਦੀ ਹੈ। ਇਹ ਬਹੁਤ ਰੌਚਕ ਧਾਰਨਾ ਉਸਦੀ। ਉਹ ਕੀ ਕਹਿੰਦੀ ਹੈ ਆਪਣੀ ਔਖ ਬਾਰੇ, ਆਪਦੀ ਔਖੀ ਭਾਸ਼ਾ ਬਾਰੇ, ਕਿ ਉਹ ਕਹਿੰਦੀ ਹੈ ਕਿ ਇਹ ਧਾਰਨਾ ਅਸਲੋਂ ਗਲਤ ਹੈ ਕਿ ਸੌਖੀ ਸਾਫ਼ ਭਾਸ਼ਾ ਦਮਿਤ ਜਾਂ ਹਾਸ਼ੀਆਗਤ ਦੀ ਪੇਸ਼ਕਾਰੀ ਦਾ ਉਚਿਤ ਤਰੀਕਾ ਹੈ। ਸਿਪਵਾਕ ਅਨੁਸਾਰ ਸੌਖੀ ਭਾਸ਼ਾ ਨੂੰ ਅਸਲ ਵਿੱਚ ਉਸ ਸਿਸਟਮ ਨੇ ਸਿਰਜਿਆ ਹੁੰਦਾ ਹੈ ਜਿਹੜਾ ਖੁਦ ਦਮਨ ਦਾ ਏਜੰਟ ਹੁੰਦਾ ਹੈ। ਲਿਹਾਜ਼ਾ ਸੌਖੀ ਭਾਸ਼ਾ ਵਿੱਚ ਰਚੀ ਬਹੁ ਗਿਣਤੀ ਸਾਹਿਤਕ, ਦਾਰਸ਼ਨਿਕ ਅਤੇ ਰਾਜਨੀਤਿਕ ਬਿਰਤਾਂਤਕਾਰੀ ਜਾਂ ਸਿਧਾਂਤਕਾਰੀ ਪ੍ਰਭਾਵੀ ਰੂਪ ਵਿੱਚ ਸਥਾਪਤੀ ਦੀ ਅਨੁਸਾਰੀ ਹੁੰਦੀ ਹੈ। ਜਿਹੜਾ ਅਸੀਂ ਬਹੁਤ ਸੌਖਾ ਕਰਦੇ ਰਹਿੰਦੇ ਹਾਂ ਅਤੇ ਇਲਜ਼ਾਮ ਲਾਉਂਦੇ ਰਹਿੰਦੇ ਹਾਂ ਕਿ ਫਲਾਣਾ ਬਹੁਤ ਔਖਾ ਲਿਖਦਾ ਜਾਂ ਜਾਣ ਕੇ ਔਖਾ ਬਣਾਉਂਦਾ,
ਤਾਂ ਇੱਕ ਤਰਕ ਇਹ ਗਾਇਤਰੀ ਵੱਲੋਂ ਇਹ ਦਿੱਤਾ ਗਿਆ ਕਿ ਅਸਲ 'ਚ ਜਦੋਂ ਤੁਸੀਂ ਸਥਾਪਤੀ ਤੋਂ ਉਲਟ ਗੱਲਾਂ ਕਰਨੀਆਂ ਹੁੰਦੀਆਂ ਨੇ, ਕੋਈ ਗਹਿਰੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ, ਤੁਹਾਨੂੰ ਸੌਖੀ ਭਾਸ਼ਾ ਦਾ ਲੜ ਛੱਡਣਾ ਪੈਂਦਾ। ਇਸ ਕਰਕੇ ਉਹ ਕਹਿੰਦੀ ਹੈ ਕਿ ਸੌਖੀ ਭਾਸ਼ਾ ਦੀ ਵਰਤੋਂ ਪ੍ਰਤੀਰੋਧ ਦੀ ਸੁਰ ਨੂੰ ਜੇ ਖਤਮ ਨਹੀਂ ਤਾਂ ਮੱਧਮ ਜ਼ਰੂਰ ਕਰਦੀ ਹੈ। ਸਿਪਵਾਕ ਅਨੁਸਾਰ ਸੌਖੀ ਭਾਸ਼ਾ ਅਸਲ ਵਿੱਚ ਇੱਕ ਧੋਖਾ ਹੁੰਦੀ ਹੈ। ਸਿਪਵਾਕ ਨਵੇਂ ਗਿਆਨ ਸ਼ਾਸਤਰੀ ਪ੍ਰਬੰਧ ਲਈ ਨਵੀਂ ਭਾਸ਼ਾ ਦੀ ਇਜਾਦ ਨੂੰ ਲਾਜ਼ਮੀ ਮੰਨਦੀ ਹੈ। ਇਹ ਬਹੁਤ ਇੰਪੋਰਟੈਂਟ ਨੁਕਤਾ ਕਿ ਜੇ ਤੁਸੀਂ ਕੁਛ ਨਵਾਂ ਕਰਨਾ, ਨਵਾਂ ਨੌਲੇਜ ਸਿਸਟਮ ਸਿਰਜਣਿਆ ਤਾਂ ਤੁਹਾਨੂੰ ਨਵੀਂ ਭਾਸ਼ਾ ਦੀ ਇਜਾਦ ਕਰਨੀ ਹੀ ਪਊਗੀ। ਜਿਹੜੇ ਸਮੂਹਾਂ ਕੋਲ, ਜਿਹੜੇ ਖਿੱਤਿਆਂ ਕੋਲ, ਜਿਹੜੀਆਂ ਕੌਮਾਂ ਕੋਲ ਨਵੀਂ ਭਾਸ਼ਾ ਇਜਾਦ ਕਰਨ ਦੀ ਤਾਕਤ ਨਹੀਂ ਹੁੰਦੀ ਹੈਗੀ, ਉਹ ਸਥਾਪਤੀ ਦੇ ਗੁਲਾਮ ਬਣੇ ਰਹਿੰਦੇ ਨੇ। ਅਤੇ ਮੈਨੂੰ ਇਸ ਗੱਲ ਦਾ ਧਿਆਨ ਆਉਂਦਾ ਕਿ ਸਾਡੇ ਕੋਲ ਵੀ ਕੁਛ ਲੇਖਕ ਹੈਗੇ ਜਿਹੜੇ ਨਵੀਂ ਭਾਸ਼ਾ ਦੀ ਇਜਾਦ ਕਰਦੇ ਆ। ਮੈਨੂੰ ਚੇਤਾ ਆਉਂਦਾ ਕਿ ਆਲੋਚਨਾ ਦੇ ਖੇਤਰ ਵਿੱਚ ਜੋਗਿੰਦਰ ਸਿੰਘ ਰਾਹੀ ਹੋਰਾਂ ਦੀ ਤੁਸੀਂ ਭਾਸ਼ਾ ਦੇਖ ਸਕਦੇ ਹੋ, ਅਤੇ ਸਿਰਜਣਾ ਦੇ ਖੇਤਰ ਦੇ ਵਿੱਚ ਜਸਵੀਰ ਮੰਡ ਹੋਰਾਂ ਦੇ ਨਾਵਲ ਜਿਹੜੇ ਆ ਉਹ ਦੇਖੇ ਜਾ ਸਕਦੇ ਨੇ। ਅਤੇ ਸਿਪਵਾਕ ਆਪਣੀ ਲਿਖਤ ਦੀ ਔਖਿਆਈ ਬਾਬਤ ਇੱਕ ਹਲਕੇ ਅੰਦਾਜ਼ ਵਿੱਚ ਇੱਕ ਟਿੱਪਣੀ ਕਰਦੀ ਹੈ, ਮੈਂ ਅੰਗਰੇਜ਼ੀ ਦੇ ਵਿੱਚ ਹੀ ਪੜ੍ਹ ਦਿੰਦਾ। ਉਹ ਆਖਦੀ ਹੈ ਕਿ if they learned to learn the patience to read me, they had be sharper thinkers for it and better, more ethical people, I might add। ਗਾਇਤਰੀ ਸਿਪਵਾਕ ਹੋਰਾਂ ਦੀ ਅਕਾਦਮਿਕ ਹਸਤੀ ਦਾ ਅਹਿਮ ਪਸਾਰ ਉਹਨਾਂ ਦੀ ਭਾਸ਼ਣੀ ਅਤੇ ਮੁਲਾਕਾਤੀ ਸਮਰੱਥਾ ਨਾਲ ਵੀ ਜੁੜਿਆ ਹੋਇਆ ਹੈ। ਵਿਭਿੰਨ ਅਕਾਦਮਿਕ ਅਤੇ ਹੋਰ ਸਮਾਜਿਕ ਸੰਸਥਾਵਾਂ ਵਿੱਚ ਉਹਨਾਂ ਨੇ ਪਿਛਲੇ 40 ਸਾਲਾਂ ਵਿੱਚ ਅਨੇਕਾਂ ਭਾਸ਼ਣਾਂ ਅਤੇ ਮੁਲਾਕਾਤਾਂ ਨੂੰ ਨੇਪਰੇ ਚਾੜ੍ਹਿਆ ਹੈ। ਪ੍ਰੋਫੈਸਰ ਸਿਪਵਾਕ ਦੇ ਭਾਸ਼ਣ ਅਤੇ ਮੁਲਾਕਾਤਾਂ ਉਸਦੇ ਵਿਚਾਰਾਂ, ਧਾਰਨਾਵਾਂ ਦੀ ਪੇਸ਼ਕਾਰੀ ਅਤੇ ਵਿਆਖਿਆ ਹਨ। ਲਿਖਤ ਵਿੱਚ ਬੇਹੱਦ ਮੁਸ਼ਕਲ ਨਜ਼ਰ ਆਉਂਦੀ ਸਿਪਵਾਕ ਨਿੱਜੀ ਵਿਅਕਤਿਤਵ ਦੀ ਛਾਪ ਅਤੇ ਪ੍ਰਭਾਵਸ਼ਾਲੀ ਅਦਾਇਗੀ ਸਦਕਾ ਭਾਸ਼ਣਾਂ, ਮੁਲਾਕਾਤਾਂ ਵਿੱਚ ਮੁਕਾਬਲਤਨ ਸਰਲ ਅਤੇ ਸਪਸ਼ਟ ਨਜ਼ਰ ਆਉਂਦੀ ਹੈ। ਸਿਪਵਾਕ ਨੂੰ ਉਸਦੇ ਭਾਸ਼ਣਾਂ, ਮੁਲਾਕਾਤਾਂ ਦੇ ਰਾਹੀਂ ਵਧੇਰੇ ਸਪਸ਼ਟਤਾ ਨਾਲ ਪੜ੍ਹਿਆ ਜਾ ਸਕਦਾ ਹੈ। ਜੇ ਤੁਸੀਂ ਸਿਪਵਾਕ ਬਾਰੇ ਹੋਰ ਜਾਣਨਾ ਚਾਹੋ ਤਾਂ ਉਹਨਾਂ ਦੇ ਬਹੁਤ ਸਾਰੇ ਲੈਕਚਰ ਜਿਹੜੇ ਨੇ, ਜੇ ਤੇ ਇੰਟਰਵਿਊਜ਼ ਨੇ, ਉਹ ਇੰਟਰਨੈਟ ਦੇ ਉੱਪਰ ਪਈਆਂ ਨੇ, ਤੁਸੀਂ ਉਹ ਜ਼ਰੂਰ ਸੁਣਿਓ। ਤੁਹਾਨੂੰ ਜਿਹੜੇ ਉਹਨਾਂ ਦੇ ਵਿਚਾਰ ਨੇ ਹੋਰ ਵਧੇਰੇ ਚੰਗੀ ਤਰ੍ਹਾਂ ਸਮਝ ਆਉਣਗੇ। ਸਿਪਵਾਕ ਨੌਕਰੀ ਦੇ ਮੁੱਢਲੇ ਸਮੇਂ ਵਿੱਚ ਹੀ ਸੀ ਜਦੋਂ ਇੱਕ ਦਿਨ ਕਿਤਾਬਾਂ ਦੇ ਕੈਟਾਲੌਗ ਨੂੰ ਦੇਖਦੇ ਹਾਂ, ਉਸ ਦੀ ਨਜ਼ਰ ਫਰੈਂਚ ਭਾਸ਼ਾ ਵਿੱਚ ਇੱਕ ਲਿਖੀ ਕਿਤਾਬ ਆਫ ਗ੍ਰਾਮੈਟੋਲੋਜੀ 'ਤੇ ਜਾਂਦੀ ਹੈ। ਇਸ ਤੋਂ ਪਹਿਲਾਂ ਸਿਪਵਾਕ ਨੇ ਇਸ ਕਿਤਾਬ ਦੇ ਲੇਖਕ ਦੈਰੀਦਾ ਦਾ ਨਾਂ ਵੀ ਨਹੀਂ ਸੀ ਸੁਣਿਆ ਹੋਇਆ, ਅਤੇ ਉਹ ਇਤਫਾਕਵਸ ਇਸ ਕਿਤਾਬ ਨੂੰ ਮੰਗਵਾਉਣ ਦਾ ਆਰਡਰ ਦੇ ਦਿੰਦੀ ਹੈ। ਅਤੇ ਤੁਸੀਂ ਜਾਣਦੇ ਹੋ ਕਿ ਇਸ ਕਿਤਾਬ ਦਾ ਲੇਖਕ ਦੈਰੀਦਾ ਡੀਕਨਸਟਰਕਸ਼ਨ, ਜਿਹਨੂੰ ਅਸੀਂ ਵਿਰਚਨਾਵਾਦ ਵੀ ਕਹਿ ਦਿੰਦੇ ਹਾਂ, ਦੇ ਖੇਤਰ ਦਾ ਬਹੁਤ ਵੱਡਾ ਵਿਦਵਾਨ ਆ। ਅਤੇ ਜਦੋਂ ਇਹ ਕਿਤਾਬ ਆਉਂਦੀ ਆ ਆਫ ਗ੍ਰਾਮੈਟੋਲੋਜੀ, ਸਿਪਵਾਕ ਇਸ ਨੂੰ ਪੜ੍ਹਦੀ ਆ, ਉਹਨੂੰ ਇਹ ਕਿਤਾਬ ਇੰਨੀ ਚੰਗੀ ਲੱਗਦੀ ਆ ਕਿ ਉਹ ਇਸ ਕਿਤਾਬ ਦਾ ਇੱਕ ਬਹੁਤ ਲੰਮੀ ਭੂਮਿਕਾ ਸਾਹਿਤ ਅੰਗਰੇਜ਼ੀ ਵਿੱਚ ਅਨੁਵਾਦ ਕਰਦੀ ਆ। ਇਹ ਅਨੁਵਾਦ ਪਹਿਲੀ ਵਾਰ ਸੰਨ 76 ਵਿੱਚ ਛਪ ਕੇ ਸਾਹਮਣੇ ਆਉਂਦਾ। ਇਹ ਕਿਤਾਬ ਅਸਲ ਵਿੱਚ ਸਿਪਵਾਕ ਦੀ ਅਕਾਦਮਿਕ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਆ, ਅਤੇ ਇਸ ਤੋਂ ਬਾਅਦ ਇਸ ਕਿਤਾਬ ਵਿਚਲੀਆਂ ਧਾਰਨਾਵਾਂ ਜਾਂ ਦੈਰੀਦਾ ਦੀਆਂ ਹੋਰ ਪੁਸਤਕਾਂ ਵਿਚਲੀਆਂ ਧਾਰਨਾਵਾਂ ਉਹਦੇ ਨਾਲ ਰਹਿੰਦੀਆਂ ਨੇ ਹਮੇਸ਼ਾ। ਅਤੇ ਇਹ ਵੀ ਗੱਲ ਇੱਕ ਬਹੁਤ ਰੌਚਕ ਲੱਗੂ ਤੁਹਾਨੂੰ ਕਿ ਜਦੋਂ 25 ਸਾਲ ਦੀ ਉਮਰ ਸੀ ਜਦੋਂ ਗਾਇਤਰੀ ਨੇ ਇਸ ਕਿਤਾਬ ਦਾ ਅਨੁਵਾਦ ਕੀਤਾ, ਅਤੇ ਉਹਨੇ ਜਿਸ ਸਮਰੱਥਾ ਨਾਲ ਇਸ ਕਿਤਾਬ ਨੂੰ ਅੰਗਰੇਜ਼ੀ ਵਿੱਚ ਉਲਥਾਇਆ, ਤਾਂ ਉਸ ਅਨੁਵਾਦ ਨਾਲ ਹੀ ਅਤੇ ਜਿਸ ਤਰ੍ਹਾਂ ਦੀ ਉਹਨੇ ਇੱਕ ਲੰਮੀ ਭੂਮਿਕਾ ਲਿਖੀ, ਉਸ ਨਾਲ ਉਸ ਦੀ ਜਿਹੜੀ ਪੈਂਠ ਸੀ ਉਹ ਅਮਰੀਕਾ ਅਤੇ ਉਸ ਖਿੱਤੇ ਦੇ ਹੋਰ ਜਿਹੜਾ ਅਕਾਦਮਿਕ ਜਗਤ ਸੀ ਉਹਦੇ ਵਿੱਚ ਉਹਦੀ ਪੈਂਠ ਜਿਹੜੀ ਆ ਉਹ ਵੱਜਣੀ ਸ਼ੁਰੂ ਹੋ ਗਈ ਸੀ। ਸਿਪਵਾਕ ਦੈਰੀਦਾ ਦੇ ਚਿੰਤਨ ਨਾਲ ਲਗਾਤਾਰ ਸੰਵਾਦ ਵਿੱਚ ਰਹਿੰਦੀ ਉੱਤਰ ਸੰਰਚਨਾਵਾਦ ਨੂੰ ਵਿਕਸਿਤ ਕਰਨ ਵਿੱਚ ਭੂਮਿਕਾ ਅਦਾ ਕਰਦੀ ਹੈ। 70ਵਿਆਂ ਵਿੱਚ ਇੱਕ ਪਾਸੇ ਫਰੈਂਚ ਨਾਰੀਵਾਦ ਦਾ ਅਧਿਐਨ ਅਤੇ ਦੂਜੇ ਪਾਸੇ ਬੰਗਾਲੀ ਲੇਖਕਾ ਮਹਾਸ਼ਵੇਤਾ ਦੇਵੀ ਦੀਆਂ ਕਹਾਣੀ ਦਾ ਅਨੁਵਾਦ ਉਸ 'ਤੇ ਉੱਤਰ ਸੰਰਚਨਾਵਾਦੀ ਚਿੰਤਕ ਦਾ ਮੁੱਢ ਬਣਦੇ ਹਨ। 80ਵਿਆਂ ਵਿੱਚ ਉਹ ਵਿਰੰਚਨਾਵਾਦ ਦੇ ਨੁਕਤਾ ਨਜ਼ਰ ਤੋਂ ਮਾਰਕਸ ਦੀ ਪੁਨਰ ਪੇਸ਼ ਕਰਦੀ ਵਿਭਿੰਨ ਸੱਭਿਆਚਾਰਕ ਅਤੇ ਰਾਜਨੀਤਿਕ ਪਾਠਾਂ ਦਾ ਅਧਿਐਨ ਕਰਦੀ ਹੈ। ਵਿਰੰਚਨਾਵਾਦ ਜਾਣੀ ਡੀਕਨਸਟਰਕਸ਼ਨ ਸੰਬੰਧੀ
ਪ੍ਰਚਲਿਤ ਇਸ ਧਾਰਨਾ ਦੇ ਖਿਲਾਫ ਕਿ ਡੀਕਨਸਟਰਕਸ਼ਨ ਇੱਕ ਅਰਾਜਨੀਤਿਕ ਅਪੋਲੀਟੀਕਲ ਸਿਧਾਂਤ ਅਤੇ ਵਿਹਾਰ ਹੈ। ਤਰਕ ਇਹ ਸੀ ਕਿ ਕਿਉਂਕਿ ਇਹ ਕਿਸੇ ਇਕਹਿਰੇ ਅਤੇ ਸਥਿਰ ਅਰਥਾਂ ਦਾ ਅਨੁਯਾਈ ਨਹੀਂ ਹੈ, ਸਪਿਵਾਕ ਡੀਕਨਸਟਰਕਸ਼ਨ ਨੂੰ ਇੱਕ ਸ਼ਕਤੀਸ਼ਾਲੀ ਰਾਜਨੀਤਿਕ ਸੰਦ ਵਜੋਂ ਸਥਾਪਿਤ ਕਰਦੀ ਹੈ। ਉਸ ਅਨੁਸਾਰ ਵਿਰੰਚਨਾਵਾਦ ਅਜਿਹੀ ਸਿਧਾਂਤਕਾਰੀ ਹੈ ਜਿਹੜੀ ਗਾਲਿਬ ਸੱਚ ਅਤੇ ਯਥਾਰਥ ਦੀ ਪ੍ਰਵਚਨਕਾਰੀ ਦੇ ਓਹਲੇ ਲੁਪਤ ਪੱਖਾਂ ਨੂੰ ਪ੍ਰਕਾਸ਼ ਵਿੱਚ ਲਿਆਉਂਦੀ ਹੈ। ਇਸ ਤਰੀਕੇ ਇਹ ਗਾਲਿਬ ਬਣਤਰਾਂ ਦੇ ਕਾਰਜ ਅਤੇ ਬਿਰਤਾਂਤ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ।